ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣਾ। ਸੁਖ ਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਰ ਪੂਰੈ ਕਿਰਪਾ ਧਾਰੇ, ਪ੍ਰਭ ਪੂਰੇ ਲੋਚ ਹਮਾਰੇ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਗੁਰ ਪੂਰੈ ਕਿਰਪਾ ਧਾਰੇ, ਪ੍ਰਭ ਪੂਰੇ ਲੋਚ ਹਮਾਰੇ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ। ਅਣ ਦਿਨ ਸੋ ਕ੍ਰਿਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੇ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੇ ਸਚ ਸਾਖੀ। ਬਿਗਨ ਬਿਨਾਸਣ ਸਭ ਦੁਖ ਨਾਸਣ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਬਿਗਨ ਬਿਨਾਸਣ ਸਭ ਦੁਖ ਨਾਸਣ, ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ,
ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ। ਸੋ ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾ। ਗੁਰ ਪੂਰੈ ਕਿਰਪਾ ਧਾਰੇ, ਪ੍ਰਭ ਪੂਰੇ ਲੋਚਹ ਬਾਰੇ। ਸੋਰਠ ਰਾਗ ਵਿੱਚ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 621 ਅਤੇ 622 ਤੋਂ ਉੱਤੇ ਸਬਾਈਮਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਗੁਰ ਪੂਰੈ ਕਿਰਪਾ ਧਾਰੀ। ਗੁਰ ਦੇ ਰਾਰੇ ਨੂੰ ਸਿਆਰੀ ਹੈ ਗੁਰੂ ਨੇ, ਤੇ ਉਸ ਗੁਰੂ ਨੇ ਜਿਹੜਾ ਪੂਰਾ ਹੈ, ਪੂਰੇ ਗੁਰੂ ਨੇ ਕਿਰਪਾ ਧਾਰੀ, ਕਿਰਪਾ ਕੀਤੀ। ਹੁਣ ਦੇਖੋ ਇਹਦਾ ਭਾਵ ਅਰਥ ਇਹ ਨਹੀਂ ਕਿ ਗੁਰੂ ਸਾਹਿਬ ਜੀ ਕਿਸੇ ਕਿਸੇ ਤੇ ਕਿਰਪਾ ਕਰਦੇ ਨੇ, ਪਰ ਗੁਰੂ ਦੇ ਕਿਰਪਾ ਨੂੰ ਜਿਹਨੇ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਿਆ, ਜਾਂ ਕਹਿ ਲਈਏ ਕਿ ਗੁਰੂ ਦੀ ਕਿਰਪਾ ਨੂੰ ਜਿਹਨੇ ਹਿਰਦੇ ਰੂਪੇ ਭਾਂਡੇ ਦੇ ਵਿੱਚ ਟਿਕਾ ਲਿਆ। ਕਿਰਪਾ ਹੁੰਦੀ ਸਿਰਫ ਹੁੰਦੇ ਦੀ ਹੈ। ਗੁਰੂ ਸਾਹਿਬ ਜੀ ਕਿਰਪਾ ਸਭ ਤੇ ਕਰਦੇ ਨੇ, ਤੇ ਗੁਰੂ ਨੇ ਕੀ ਕਿਰਪਾ ਕੀਤੀ? ਪ੍ਰਭ ਪੂਰੇ ਲੋਚਹ ਮਾਰੇ, ਸਾਡੇ ਜਿਹੜੇ ਲੋਚਾ ਸੀ, ਤਾਂਗ ਸੀ, ਉਹ ਪੂਰੀ ਹੋ ਗਈ। ਹੁਣ ਤਾਂਗ ਕੀ ਹੈ ਜੀ? ਲੋਚਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਬਚਨ ਕਹੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਕਿ ਕਿਹੜੀ ਲੋਚਾ ਪੂਰੀ ਹੋਈ? ਜਿੱਥੇ ਅਰਦਾਸ ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਤੇ ਅੱਗੇ ਅਰਦਾਸ ਬੇਨਤੀ ਸੀ, ਦੇਹੋ ਦਰਸ ਹਰ ਰਾਇਆ। ਸਾਡੇ ਲੋਚਾ ਸਿਰਫ ਇੱਕੋ ਹੈ ਕਿ ਇਸ ਮਨੁੱਖਾ ਸਰੀਰ ਦੇ ਵਿੱਚ ਰਹਿ ਕੇ ਤੇਰੇ ਦੀਦਾਰ ਕਰ ਸਕੀਏ, ਤੇਰੇ ਦਰਸ਼ਨ ਕਰ ਸਕੀਏ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਡੀ ਉਹ ਲੋਚਾ ਪੂਰੀ ਹੋ ਗਈ, ਕਿਉਂਕਿ ਅੰਦਰ ਆਤਮੇ ਉਹ ਰੱਬ ਪਰਮੇਸ਼ਰ ਸਾਨੂੰ ਨਜ਼ਰ ਆ ਗਿਆ, ਦਰਸ਼ਨ ਹੋ ਗਏ, ਸਾਡੀ ਲੋਚਾ ਪੂਰੀ ਹੋ ਗਈ। ਤੇ ਜਦੋਂ ਲੋਚਾ ਪੂਰੀ ਹੋਈ, ਕਹਿੰਦੇ ਕਰ ਇਸ਼ਨਾਨ ਗ੍ਰਹਿ ਆਏ। ਗੁਰੂ ਦੇ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਇਹ ਮਨੁਆ ਜਿਹੜਾ ਹਿਰਦੇ ਰੂਪੀ ਘਰ ਵਿੱਚ ਹੁਣ ਆ ਗਿਆ, ਟਿਕ ਗਿਆ। ਕਿਉਂਕਿ ਜਿਹੜਾ ਟਿਕਦਾ ਨਹੀਂ ਸੀ ਨਾ,
ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ। ਦਸਾਂ ਦਿਸ਼ਾਵਾਂ ਵਿੱਚ ਉੱਡਦਾ ਹੀ ਫਿਰਦਾ ਸੀ। ਤਾਂਘ ਪੂਰੀ ਹੋ ਗਈ, ਅੰਦਰੋਂ ਅਹਿਸਾਸ ਹੋ ਗਿਆ ਅੰਦਰ ਰੱਬ ਪਰਮੇਸ਼ਰ ਸਾਡੇ ਅੰਦਰ ਹੈ। ਇਹ ਮਨਵਾ ਹੁਣ ਗੁਰੂ ਦੀ ਸੰਗਤ ਵਿੱਚ ਇਸ਼ਨਾਨ ਕਰਕੇ ਅੰਦਰ ਟਿਕ ਗਿਆ। ਅਤੇ ਜਦੋਂ ਅੰਦਰ ਟਿਕਿਆ, ਅੰਦਰੋਂ ਮਿਲਿਆ ਕੀ? ਆਨੰਦ ਮੰਗਲ ਸੁਖ ਪਾਏ, ਕਿਉਂਕਿ ਅੰਦਰ ਤੇ ਆਨੰਦ ਹੀ ਆਨੰਦ ਹੈ। ਅੰਦਰ ਤੇ ਮੰਗਲ ਹੀ ਮੰਗਲ ਨੇ, ਸੁੱਖ ਹੀ ਸੁੱਖ ਨੇ। ਆਨੰਦ ਮੰਗਲ ਸੁਖ ਪਾਏ। ਹੁਣ ਆਨੰਦ ਸ਼ਬਦ ਭਾਵੇਂ ਲਿਖਿਆ ਹੋਇਆ, ਪਰ ਭਾਵ ਅਰਥ ਆਨੰਦ ਹੀ ਹੈ। ਤਿੰਨਾਂ ਦੇ ਅਰਥ ਇੱਕੋ ਹੀ ਨੇ, ਆਨੰਦ ਮੰਗਲ ਅਤੇ ਸੁੱਖ। ਉਰੇ ਅੰਦਰ ਦੀ ਖੁਸ਼ੀ ਨੂੰ, ਅੰਦਰ ਦੇ ਆਨੰਦ ਨੂੰ ਬਿਆਨ ਕੀਤਾ ਕਿ ਅੰਦਰ ਆਨੰਦ ਹੀ ਆਨੰਦ ਹੈ, ਮੰਗਲ ਹੀ ਮੰਗਲ ਹੈ, ਸੁੱਖ ਹੀ ਸੁੱਖ ਨੇ। ਔਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਹ ਜਿਹੜਾ ਆਨੰਦ ਹੈ, ਇਸੇ ਆਨੰਦ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਆਨੰਦਪੁਰ ਸਾਹਿਬ ਵਸਾਇਆ। ਕਿਉਂਕਿ ਅੱਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਹੈ। ਸਭ ਤੋਂ ਪਹਿਲੋਂ ਸੰਗਤਾਂ ਨੂੰ ਗੁਰਤਾ ਗੱਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਅੱਜ ਦੇ ਦਿਨ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਔਰ ਕੁਝ ਕੁ ਸੰਖੇਪ ਜਿਹਾ ਇਤਿਹਾਸ ਦੇ ਵਿੱਚੋਂ ਇੱਕ ਦੋ ਸਾਖੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ, ਜਿਨ੍ਹਾਂ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ। ਸਭ ਤੋਂ ਪਹਿਲੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੀ ਸਵੈ ਜੀਵਨੀ ਦੇ ਵਿੱਚ ਲਿਖਦੇ ਨੇ ਕਿ ਦੇਖੋ 1666 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੋਂ ਹੋਇਆ। ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਸੰਸਾਰ 'ਤੇ ਆਉਣਾ ਸੀ ਨਾ, ਅਤੇ ਫਿਰ ਆਪਣੇ ਮਾਤਾ ਨੂੰ ਕਹਿੰਦੇ ਨੇ ਕਿ ਸਾਡੇ ਮਾਤਾ ਬੜੇ ਧੰਨ ਦੇ ਯੋਗ ਨੇ। ਇਕੱਲੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ, ਕਿ ਦੇਖੋ ਉਹ ਮਾਤਾ ਕਿ ਜਿਨ੍ਹਾਂ ਦੇ ਵਿਆਹ ਨੂੰ ਤਕਰੀਬਨ 33 ਸਾਲ ਹੋ ਗਏ ਹੋਣ। 1632-33 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਨੰਦ ਕਾਰਜ ਹੁੰਦੇ, ਵਿਆਹ ਹੁੰਦਾ ਹੈ। ਮਾਤਾ ਗੁਜਰ ਕੌਰ ਜੀ 1666 ਤੱਕ 33 ਸਾਲ ਤੋਂ ਕੁਝ ਸਮਾਂ ਉੱਤੇ ਬਣਦਾ ਹੈ, ਘਰ ਦੇ ਵਿੱਚ ਔਲਾਦ ਕੋਈ ਨਹੀਂ। ਔਰ ਕਦੇ ਇੱਕ ਦਿਨ ਵੀ ਨਾ ਗੁਰੂ ਨੂੰ ਨਾ ਰੱਬ ਪਰਮੇਸ਼ਰ ਨੂੰ ਕਦੇ ਉਲਾਂਭਾ ਨਹੀਂ ਦਿੱਤਾ। ਕਿਸੇ ਗੁਰੂ ਘਰ ਦੇ ਵਿੱਚ ਰਹਿ ਕੇ ਸਾਡੇ ਘਰ ਔਲਾਦ ਕੋਈ ਨਹੀਂ, ਕਿਉਂਕਿ ਜਿਨ੍ਹਾਂ ਨੂੰ ਪਹਾੜੇ ਦੇ ਵਿੱਚ ਰਹਿਣਾ ਹੁੰਦਾ, ਕਈ ਵਾਰੀ ਬੇਨਤੀ ਕੀਤੀ, ਦੇਖੋ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖ ਬਣੀ ਸੀ ਬੇਬੇ ਨਾਨਕੀ, ਪਹਿਲੀ ਸਿੱਖ ਹੈ। ਬੇਬੇ ਨਾਨਕੀ ਦੇ ਘਰ ਵਿੱਚ ਕੋਈ ਔਲਾਦ ਨਹੀਂ, ਪਰ ਪੂਰੀ ਜ਼ਿੰਦਗੀ ਕਦੇ ਨਹੀਂ ਸੀ ਮੰਗਿਆ ਕਿ ਵੀਰਾ ਤੂੰ ਰੱਬ ਮੇਰੇ ਘਰ ਵੀ ਝੋਲੀ ਦੇ ਵਿੱਚ ਕੋਈ ਔਲਾਦ ਪਾ। ਮਾਤਾ ਗੁਜਰ ਕੌਰ ਨੇ ਇੱਕ ਦਿਨ ਉਲਾਂਭਾ ਨਹੀਂ ਦਿੱਤਾ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ, ਕਹਿੰਦੇ ਤਾਤ ਮਾਤ ਮੁਰ ਅਲਖ ਆਰਾਧਾ, ਬਹੁ ਬਿਧ ਜੋਗ ਸਾਧਨਾ ਸਾਧਾ। ਬੜੀ ਤਪੱਸਿਆ ਕੀਤੀ ਮਾਤਾ ਨੇ ਵੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇ ਕੀਤੀ। ਔਰ ਮਾਤਾ ਗੁਜਰ ਕੌਰ ਜੀ ਨੇ ਵੀ ਬੜੀ ਵੱਡੀ ਕੀਤੀ ਤਪੱਸਿਆ ਜੀ। ਕਹਿੰਦੇ ਜਬ ਹੀ ਜਾਤ ਤ੍ਰਿਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ। ਭਾਵੇਂ ਆਪਾਂ ਪਟਨਾ ਸਾਹਿਬ ਦਾ ਮੰਨਦੇ ਹਾਂ, ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨਹੀਂ, ਪ੍ਰਕਾਸ਼ ਤੇ ਸਾਡਾ ਤ੍ਰਿਬੇਣੀ ਵਾਲੀ ਥਾਂ 'ਤੇ ਹੋ ਗਿਆ ਸੀ, ਇਲਾਹਾਬਾਦ ਦੀ ਧਰਤੀ ਤੋਂ ਹੋ ਗਿਆ ਸੀ। ਕਿਉਂਕਿ ਗੁਰਮਤਿ ਨੇ ਇਸੇ ਨੂੰ ਜਨਮ ਮੰਨਿਆ ਕਿ ਜਬ ਮਾਤਾ ਕੇ ਉਦਰ ਮਹਿ ਆਏ ਕੀਆ ਨਿਵਾਸ। ਇਹੀ ਪ੍ਰਕਾਸ਼ ਹੈ, ਇਹੀ ਜਨਮ ਹੈ। ਹਾਂ, ਇਸ ਜਨਮ ਨੂੰ ਸਰੀਰ ਨੂੰ ਬਣਾਉਣ ਵਾਸਤੇ ਮਾਤਾ ਦੇ ਕੁੱਖ ਦੇ ਵਿੱਚ ਰੱਖ ਕੇ ਰੱਬ ਨੇ ਪਰਮੇਸ਼ਰ ਨੇ 9-10 ਮਹੀਨੇ ਲਾਏ, ਫਿਰ ਸਰੀਰ ਬਣਿਆ, ਪ੍ਰਕਾਸ਼ ਤੇ ਹੋ ਗਿਆ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ।
ਉੱਥੇ ਤੇ ਸਰੀਰ ਕਰਕੇ ਆਏ। 1666 ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ। ਔਰ ਕੁਝ ਕੁ ਇੱਕ ਦੋ ਸਾਖੀਆਂ ਜਿਹੜੀਆਂ ਸਾਡੇ ਜੀਵਨ ਵਿੱਚ ਕੰਮ ਆਉਣ ਵਾਲੀਆਂ ਨੇ, ਔਰ ਜਿੰਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਸਾਨੂੰ ਬੜੀ ਵੱਡੀ ਸਿੱਖਿਆ ਦਿੱਤੀ। ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਬਾਲ ਉਮਰ ਦੇ ਵਿੱਚ ਨੇ, ਆਪਣੇ ਹਾਣ ਦੇ ਸਾਥੀਆਂ ਨਾਲ ਖੇਡਦੇ ਹੋਏ ਗੰਗਾ ਦੇ ਕਿਨਾਰੇ 'ਤੇ, ਕਿ ਦੇਖੋ ਜਿੱਥੇ ਬੱਚਿਆਂ ਦੇ ਵਿੱਚ ਆਮ ਹੀ ਹੁੰਦਾ ਪਾਣੀ ਸਾਹਮਣੇ ਹੋਵੇ ਤੇ ਫਿਰ ਉਹ ਚੁੱਕ ਕੇ ਕੋਈ ਪੱਥਰ ਵਿੱਚ ਸੁੱਟਦਾ ਹੈ। ਛੋਟੇ ਛੋਟੇ ਗੀਟੇ ਹੁੰਦੇ ਨੇ, ਪੱਥਰ ਹੁੰਦੇ ਨੇ, ਨਿਆਣੇ ਪੱਥਰ ਵਿੱਚ ਸੁੱਟਦੇ ਨੇ ਗੰਗਾ ਦੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਸੋਨੇ ਦਾ ਕੜਾ, ਤੇ ਇਕੱਲਾ ਸੋਨੇ ਦਾ ਨਹੀਂ, ਜੜਾਊ ਕੜਾ ਸੀ, ਜਿੰਦੇ 'ਚ ਕੀਮਤੀ ਮੋਤੀ ਵੀ ਨੇ, ਹੀਰੇ ਵੀ ਨੇ, ਉਹ ਹੱਥ ਦੇ ਵਿੱਚੋਂ ਲਾਇਆ, ਗੰਗਾ ਦੇ ਵਿੱਚ ਸੁੱਟ ਦਿੱਤਾ। ਇੱਥੇ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਫਿਰ ਨਾਲਦਿਆਂ ਨੇ ਦੱਸਿਆ ਵੀ ਕਿ ਬੜਾ ਕੀਮਤੀ ਕੜਾ ਸੀ, ਤੁਹਾਡੇ ਲਾਲ ਜੀ ਨੇ ਉਹ ਤਾਂ ਗੰਗਾ ਦੇ ਵਿੱਚ ਸੁੱਟ ਦਿੱਤਾ ਹੈ। ਔਰ ਜਦੋਂ ਮਾਤਾ ਗੁਜਰ ਕੌਰ ਜੀ ਆਪ ਆਉਂਦੇ ਨੇ ਕਿ ਲਾਲ ਜੀ ਇਹ ਕੜਾ ਬੜਾ ਕੀਮਤੀ ਸੀ, ਇਹ ਸੁੱਟਿਆ ਕਿੱਥੇ ਜੇ? ਤੇ ਕੋਈ ਗੱਲ ਨਹੀਂ, ਜੇ ਡਿੱਗ ਗਿਆ ਹੈ ਤੇ ਆਪਾਂ ਵਿੱਚ ਕਰ ਦਿਆਂਗੇ। ਦਾਸ ਨੇ, ਸਿੱਖ ਨੇ, ਸੇਵਕ ਨੇ, ਇਹ ਜਾ ਕੇ ਲੱਭ ਲਿਆਉਣਗੇ, ਦੱਸੋ ਅੰਦਾਜ਼ਾ ਕਿੱਥੇ ਕਰਕੇ ਸੁੱਟਿਆ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੂਸਰੇ ਹੱਥ ਵਿੱਚੋਂ ਵੀ ਕੜਾ ਲਾਇਆ ਤੇ ਨਦੀ ਦੇ ਵਿੱਚ ਵਗਾ ਕੇ ਦੂਰ ਸੁੱਟ ਕੇ ਕਹਿੰਦੇ ਨੇ, ਮਾਂ ਉਹ ਉੱਥੇ ਕਰਕੇ ਸੁੱਟਿਆ। ਹੁਣ ਮਾਤਾ ਗੁਜਰ ਕੌਰ ਜੀ ਉੱਥੇ ਕਹਿੰਦੇ ਨੇ ਕਿ ਲਾਲ ਜੀ ਤੁਹਾਨੂੰ ਪਤਾ ਨਹੀਂ ਕਿੰਨਾ ਕੀਮਤੀ ਹੈ। ਪਹਿਲਾਂ ਤਾਂ ਮੈਂ ਮੰਨ ਲਿਆ ਕਿ ਹੋ ਸਕਦਾ ਗਲਤੀ ਨਾਲ ਸੁੱਟ ਦਿੱਤਾ ਹੋਵੇ, ਇਹ ਤੁਸੀਂ ਜਾਣ ਬੁੱਝ ਕੇ ਸੁੱਟਿਆ। ਔਰ ਭਾਵੇਂ ਉਮਰ ਦੇਖੋ ਬਚਪਨ ਦੀ ਸੀ, ਪਰ ਗੁਰੂ ਸਾਹਿਬ ਜੀ ਦੀ ਸਿੱਖਿਆ ਬੜੀ ਵੱਡੀ ਸੀ। ਮਾਂ ਪਹਿਲਾ ਕੜਾ ਵੀ ਗਲਤੀ ਨਾਲ ਨਹੀਂ ਸੁੱਟਿਆ, ਜਾਣ ਬੁੱਝ ਕੇ ਸੁੱਟਿਆ, ਇਹ ਦੂਜਾ ਵੀ ਜਾਣ ਬੁੱਝ ਕੇ ਸੁੱਟਿਆ। ਮਾਂ ਜਿਹਨੂੰ ਤੂੰ ਕਹਿੰਦੀ ਕਿ ਬੜਾ ਕੀਮਤੀ ਇਹ ਕੜਾ ਹੈ, ਅਸਲ ਵਿੱਚ ਇਹ ਕੀਮਤ ਕੁਝ ਵੀ ਨਹੀਂ। ਕੀਮਤੀ ਕੜਾ ਤੇ ਹਜੇ ਪਾਉਣਾ ਹੈ। ਔਰ ਉੱਥੇ ਮਾਤਾ ਗੁਜਰ ਕੌਰ ਜੀ ਵੀ ਕਹੇ ਕਿ ਪੁੱਤ ਜੀ ਇਦੋਂ ਕੀਮਤੀ ਹੋਰ ਕਿਹੜਾ ਹੋਏਗਾ, ਜਿਹਨੂੰ ਹੀਰੇ ਵੀ ਜੜੇ ਹੋਣ, ਕੀਮਤੀ ਮੋਤੀ ਵੀ ਹੋਣ, ਸੋਨੇ ਦਾ ਬਣਿਆ ਹੋਵੇ। ਜੜਾਊ ਕੜੇ ਤੋਂ ਮਹਿੰਗਾ ਕੜਾ ਹੋਰ ਕਿਹੜਾ ਹੋ ਸਕਦਾ ਹੈ। ਔਰ ਉੱਥੇ ਗੁਰੂ ਸਾਹਿਬ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਬੋਲ ਵੀ ਗੁਰੂ ਸਾਹਿਬ ਜੀ ਨੇ ਸੁਣਾਏ। ਕਹਿੰਦੇ ਮਾਂ ਇਹ ਕੜਾ ਨਹੀਂ, ਇਹ ਸੋਨੇ ਦੇ ਕੜੇ। ਇਹਨਾਂ ਕੜਿਆਂ ਨੂੰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ, ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੇ ਮਾਨੈ। ਇਹ ਕੰਚਨ ਤੇ ਮਿੱਟੀ ਤੇ ਇੱਕੋ ਜਿਹੀ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇਹਨਾਂ ਨਾਲ ਬਹੁਤਾ ਲਗਾਵ ਨਹੀਂ ਹੁੰਦਾ। ਮਿਲ ਜੇ ਤੇ ਬਹੁਤੇ ਖੁਸ਼ ਨਹੀਂ, ਚਲਾ ਜਾਏ ਤੇ ਬਹੁਤਾ ਦੁੱਖ ਨਹੀਂ। ਫਿਰ ਲਾਲ ਜੀ ਇਦੋਂ ਮਹਿੰਗਾ ਕੜਾ ਕਿਹੜਾ ਹੋਏਗਾ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਉਦੋਂ ਬਚਨ ਕਹੇ ਸਨ, ਭਾਵੇਂ ਆਉਣ ਵਾਲੇ ਸਮੇਂ ਦੇ ਬਾਰੇ ਕਹੇ ਸਨ, ਕਿ ਮਾਂ ਇੱਕ ਕੜਾ ਬੜਾ ਹੀ ਕੀਮਤੀ ਹੋਏਗਾ। ਔਰ ਸੱਚ ਹੈ ਕਿ ਦੁਨੀਆ ਦੇ ਰੁਪਈਏ ਪੈਸੇ ਨਾਲ, ਦੁਨੀਆ ਦੀ ਕਰੰਸੀ ਨਾਲ ਉਹਨੂੰ ਖਰੀਦਿਆ ਹੀ ਨਹੀਂ ਜਾਣਾ, ਐਡਾ ਮਹਿੰਗਾ ਹੋਏਗਾ। ਕਿ ਐਡਾ ਕੀਮਤੀ ਕੜਾ ਕਿਹੜਾ ਜੀ। ਤੇ ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਮਾਂ ਇਹ ਕੜਾ ਦੁਨੀਆ ਦੇ ਪੈਸਿਆਂ ਨਾਲ ਨਹੀਂ ਖਰੀਦਿਆ ਜਾਣਾ। ਹਾਂ, ਖਰੀਦਿਆ ਜਾਏਗਾ, ਪਰ ਇਹਦੇ ਬਦਲੇ ਸਿਰ ਦੇਣਾ ਪਏਗਾ। ਇਹਦੀ ਕੀਮਤ ਮਨੁੱਖ ਦੇ ਸਰੀਰ ਦਾ ਇੱਕ ਸਿਰ ਹੋਏਗਾ। ਉੱਥੇ ਸਤਿਗੁਰੂ ਜੀ ਜਿੱਥੇ ਪਾਵਨ ਬਚਨ ਕਹੇ, ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੇ ਗਲੇ ਮੇਰੇ ਆਓ। ਬਸ ਉਹ ਜਿਹੜਾ ਪ੍ਰੇਮ ਹੈ ਨਾ ਮਾਂ, ਉਹ ਸਿਰ ਵੱਟੇ ਹੀ ਇਹ ਕੜਾ ਮਿਲਣਾ। ਔਰ ਇਹ ਕੜਾ ਸਰਬ ਲੋਹ ਦਾ ਹੋਣਾ, ਲੋਹੇ ਦਾ ਕੜਾ। ਔਰ ਕੀਮਤ ਇੰਨੀ ਕਿ ਜਿੰਦੀ ਦੁਨੀਆ ਦੇ ਵਿੱਚ ਰੁਪਈਏ ਕਰੰਸੀ ਨਾਲ ਕੀਮਤ ਹੀ ਨਹੀਂ ਪਾਈ ਜਾ ਸਕਦੀ। ਔਰ ਦੇਖੋ ਸਤਿਗੁਰੂ ਜੀ ਨੇ ਇਹ ਖੰਡੇ ਬਾਟੇ ਦੀ ਪੌਲ ਦੇਣ ਲੱਗੇ, ਜਿੱਥੇ ਸਰਬ ਲੋਹ ਦਾ ਕੜਾ ਬਖਸ਼ਿਆ ਖਾਲਸੇ ਨੂੰ। ਇਹ ਇਕੱਲਾ ਕੜਾ ਨਹੀਂ ਸੀ,
ਕੱਲਾ ਸਿਰ ਦੇ ਬਦਲੇ ਨਹੀਂ ਸੀ ਦਿੱਤਾ, ਇੱਕ ਸਿਧਾਂਤ ਦਿੱਤਾ ਸੀ ਕਿ ਗੁਰੂ ਕੀ ਸਿੱਖਾ ਸੱਜੇ ਹੱਥ ਵਿੱਚ ਪਾਇਆ ਹੋਇਆ ਕੜਾ ਗੁਰੂ ਕੀ ਮੋਹਰ ਹੈ, ਗੁਰੂ ਦੀ ਬਖਸ਼ੀ ਹੋਈ ਨਿਸ਼ਾਨੀ ਹੈ। ਦੁਨੀਆ ਦੇ ਵਿੱਚ ਦੁਨਿਆਵੀ ਕੰਮ ਕਰਨ ਲੱਗਿਆ ਵੀ ਜੇ ਕਿਤੇ ਗਲਤ ਕੰਮ ਨੂੰ ਹੱਥ ਪਾਉਣ ਲੱਗੇ ਤੇ ਇਹ ਕੜਾ ਤੈਨੂੰ ਯਾਦ ਕਰਾਏ ਕਿ ਤੂੰ ਹੈ ਤੇ ਗੁਰੂ ਕਾ ਸਿੱਖ, ਔਰ ਗੁਰੂ ਦਾ ਸਿਧਾਂਤ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗਲਤ ਪਾਸੇ ਖਿਆਲ ਜਾਵੇ, ਇਹ ਹੱਥ ਗਲਤ ਪਾਸੇ ਨੂੰ ਜਾਣ ਲੱਗੇ, ਤੈਨੂੰ ਚੇਤੇ ਆਵੇ ਗੁਰੂ ਘਰ ਦਾ ਸਿਧਾਂਤ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਸਾਖੇ ਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਬੜਾ ਵੱਡਾ ਸਿਧਾਂਤ ਦਿੱਤਾ। ਉੱਥੇ ਕਹਿੰਦੇ ਇੱਕ ਘਟਨਾ ਹੋਰ ਹੈ। ਪਟਨਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਬਾਲ ਲੀਲਾ ਜਦੋਂ ਕਰਦੇ ਨੇ, ਪੰਡਤ ਸ਼ਿਵਰਾਮ ਜਿਹੜੇ ਕ੍ਰਿਸ਼ਨ ਦੇ ਪੁਜਾਰੀ ਨੇ, ਰੋਜ਼ ਗੰਗਾ ਦੇ ਕੰਢੇ ਤੇ ਬੈਠਦੇ ਨੇ, ਸਤਿਗੁਰੂ ਜੀ ਜਾਂਦੇ ਨੇ। 80 ਸਾਲ ਦੇ ਬਜ਼ੁਰਗ ਦੇ ਪਿੱਛੇ ਕੰਧਾੜੇ ਚੜ੍ਹ ਕੇ ਮੋਢਿਆਂ ਦੇ ਉੱਤੋਂ ਦੇ ਹੋ ਕੇ ਕਹਿੰਦੇ ਨੇ ਝਾਤ ਬਾਬਾ। ਇਸ ਸ਼ਿਵਰਾਮ ਪੰਡਤ ਦੇ ਕੋਲ ਉੱਥੋਂ ਦੇ ਰਹਿਣ ਵਾਲੇ ਰਾਜਾ ਫਤਿਹ ਚੰਦ ਨੈਣੀ, ਇਹ ਰਾਜਾ ਤੇ ਇਹਦੇ ਘਰ ਵਾਲੀ ਰਾਣੀ ਪੰਡਤ ਜੀ ਕੋਲ ਬੜੀ ਵਾਰੀ ਗਏ ਕਿ ਪੰਡਤ ਜੀ ਤੁਸੀਂ ਕ੍ਰਿਸ਼ਨ ਜੀ ਦੇ ਭਗਤ ਹੋ, ਇੰਨੀ ਬੰਦਗੀ ਕਰ ਦਿਓ, ਸਾਡੀ ਕਦੇ ਅਰਦਾਸ ਬੇਨਤੀ ਵੀ ਕਰਿਆ ਕਰੋ। ਤੇ ਪੁੱਛਿਆ ਕਿ ਅਰਦਾਸ ਕਰੋ ਕਿ ਸਾਡੇ ਘਰ ਵੀ ਔਲਾਦ ਹੋਵੇ, ਕੋਈ ਤੇਗੂ ਪੁੱਤਰ ਸਾਡੇ ਘਰ ਵੀ ਆਵੇ, ਸਾਡੀ ਨਿਸ਼ਾਨੀ ਵੀ ਰਵੇ। ਔਰ ਉਸ ਪੰਡਤ ਸ਼ਿਵਰਾਮ ਨੇ ਕਿਹਾ ਕਿ ਦੇਖ ਰਾਣੀ ਰਾਜਾ ਨੈਣੀ, ਜੇ ਤੁਸੀਂ ਚਾਹੁੰਦੇ ਹੋ ਕਿ ਘਰ ਦੇ ਵਿੱਚ ਔਲਾਦ ਹੋਵੇ ਤਾਂ ਫਿਰ ਮੇਰੇ ਕੋਲੋਂ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਜਾਓ, ਜਾ ਕੇ ਮਾਂ ਗੁਜਰ ਕੌਰ ਨੂੰ ਪੁੱਛੋ ਕਿ ਜੇ ਤੁਹਾਡੇ ਘਰ 33 ਸਾਲ ਤੋਂ ਬਾਅਦ ਔਲਾਦ ਹੋ ਸਕਦੀ ਹੈ ਤੇ ਫਿਰ ਸਾਡੇ ਘਰ ਕਿਉਂ ਨਹੀਂ, ਜਿਹਨੂੰ ਉਸ ਮਾਤ ਗੁਜਰੀ ਨੇ ਅਰਾਧਿਆ ਹੈ, ਪੁੱਛੋ ਜਾ ਕੇ ਕਦੇ ਉਹਨੂੰ ਸਿਮਰੋ, ਝੋਲੀਆਂ ਜ਼ਰੂਰ ਭਰਨਗੀਆਂ। ਔਰ ਕਿਉਂਕਿ ਪੰਡਤ ਸ਼ਿਵਰਾਮ ਜਾਣਦੇ ਸਨ ਜਿਹਨੂੰ ਅਰਾਧਿਆ ਉਹ ਤਾਂ ਉਸੇ ਘਰ ਦੇ ਵਿੱਚ ਆਏ ਨੇ। ਫਤਿਹ ਚੰਦ ਨੈਣੀ ਰਾਜਾ ਤੇ ਰਾਣੀ ਮਾਤਾ ਗੁਜਰ ਕੌਰ ਜੀ ਦੇ ਕੋਲ ਗਏ ਵੀ, ਔਰ ਧੰਨ ਗੁਰੂ ਹਰਗੋਬਿੰਦ ਰਾਏ ਸਾਹਿਬ ਜੀ ਨੂੰ ਉਹ ਵੇਖਣਾ ਵੀ ਚਾਹੁੰਦੇ ਸਨ, ਦਰਸ਼ਨ ਕਰਨਾ ਚਾਹੁੰਦੇ ਸਨ। ਪਰ ਗੁਰੂ ਸਾਹਿਬ ਜਦੋਂ ਖੇਡ ਬਾਲ ਲੀਲਾ ਕਰਦੇ ਹੋਏ ਬਾਹਰ ਨਿਕਲੇ ਸਨ, ਦਰਸ਼ਨ ਨਹੀਂ ਹੋਏ। ਪਰ ਇੱਕ ਭਰੋਸਾ ਬਣਿਆ ਕਿ ਜੇ ਪੰਡਤ ਜੀ ਨੇ ਕਿਹਾ ਹੈ ਕਿ ਘਰ ਦੇ ਵਿੱਚ ਬੈਠ ਕੇ ਉਹਨੂੰ ਸਿਮਰਿਓ, ਉਸੇ ਘਰ ਦੇ ਵਿੱਚ ਉਹ ਹੈ ਮਾਤਾ ਗੁਜਰ ਕੌਰ ਜੀ ਕੋਲ ਗਏ ਵੀ, ਮੱਥਾ ਵੀ ਟੇਕਿਆ। ਪਰ ਇਹ ਹਿੰਮਤ ਨਹੀਂ ਪਈ ਕਿ ਕਹੀਏ ਸਾਡੇ ਘਰ ਵਿੱਚ ਔਲਾਦ ਨਹੀਂ, ਤੁਹਾਡੇ ਘਰ ਵਿੱਚ ਕਿਵੇਂ ਹੋਈ। ਦਰਸ਼ਨ ਕਰਨਾ ਚਾਹੁੰਦੇ ਸਨ, ਪਰ ਘਰ ਵਿੱਚ ਬੈਠ ਕੇ ਉਹ ਰਾਣੀ ਹਰ ਰੋਜ਼ ਚੇਤੇ ਕਰਦੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਿ ਜੇ ਤੁਸੀਂ ਰੱਬ ਹੋ, ਪਰਮੇਸ਼ਰ ਹੋ, ਕਿਰਪਾ ਕਰੋ, ਆ ਕੇ ਦਰਸ਼ਨ ਦਿਓ। ਔਰ ਇੱਕ ਦਿਨ ਸਤਿਗੁਰੂ ਜੀ ਜਾਂਦੇ ਨੇ, ਗੋਦ ਵਿੱਚ ਬੈਠ ਜਾਂਦੇ ਨੇ ਜਾ ਕੇ ਕਿ ਮਾਂ ਮੈਂ ਆ ਗਿਆ। ਔਰ ਜਿਹੜੇ ਰਾਣੀ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਦਿਨ ਰਾਤ ਇੱਕ ਕੀਤਾ ਹੋਇਆ ਸੀ ਕਿ ਗੁਰੂ ਸਾਹਿਬ ਜੀ ਆਉਣਗੇ, ਪੁੱਤਰ ਦੀ ਦਾਤ ਮੰਗਾਂਗੀ, ਉਹ ਸਾਰਾ ਕੁਝ ਭੁੱਲ ਗਈ। ਕਿਉਂਕਿ ਕਿਸੇ ਨੇ ਗੋਦ ਵਿੱਚ ਬੈਠ ਕੇ ਅੱਜ ਪਹਿਲੀ ਵਾਰੀ ਮਾਂ ਕਿਹਾ ਹੈ ਤੇ ਮਾਂ ਸ਼ਬਦ ਸੁਣਨ ਨੂੰ ਕੰਨ ਤਰਸਦੇ ਸਨ। ਰਾਣੀ ਫਿਰ ਕਹਿੰਦੇ ਪੁੱਤਰ ਜੀ ਇੱਕ ਵਾਰੀ ਫਿਰ ਕਹੋ, ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਫਿਰ ਕਹਿੰਦੇ ਮਾਂ ਮੈਂ ਸੱਚਮੁੱਚ ਆ ਗਿਆ। ਰਾਣੀ ਫਿਰ ਕਹਿੰਦੇ ਕਿ ਬੇਟਾ ਇੱਕ ਵਾਰੀ ਫਿਰ ਕਹੋ। ਗੁਰੂ ਸਾਹਿਬ ਜੀ ਫਿਰ ਕਹਿੰਦੇ ਮਾਂ ਮੈਂ ਤੇਰੀ ਗੋਦ ਵਿੱਚ ਹੀ ਹਾਂ। ਔਰ ਉੱਥੇ ਇਤਿਹਾਸਕਾਰ ਲਿਖਦੇ ਨੇ ਕਈ ਵਾਰ ਰਾਣੀ ਕਹਿੰਦੀ ਗਈ ਔਰ ਗੁਰੂ ਸਾਹਿਬ ਜੀ ਹਰ ਵਾਰੀ ਮਾਂ ਕਹਿ ਕੇ ਕਹਿੰਦੇ ਰਹੇ ਮੈਂ ਆ ਗਿਆ। ਪਰ ਰਾਣੀ ਦੇ ਮਨ ਵਿੱਚ ਇੱਕ ਵਾਰੀ ਜਿਹੜੇ ਪੁੱਤਰ ਦੀ ਤਾਂਘ ਸੀ ਉਹ ਤਾਂ ਖਤਮ ਹੋ ਗਈ। ਪਰ ਫਿਰ ਜਦੋਂ ਦਾਸੀ ਨੇ ਚੇਤੇ ਕਰਾਇਆ, ਗੋਦ ਵਿੱਚੋਂ ਚੁੱਕ ਕੇ ਇੱਕ ਪਾਸੇ ਕਰਕੇ ਕਹਿੰਦੇ ਮੈਂ ਤਾਂ ਤੁਹਾਡੇ ਚਰਨਾਂ 'ਚ ਅਰਦਾਸ ਕਰਨੀ ਹੈ। ਔਰ ਗੁਰੂ ਸਾਹਿਬ ਨੇ ਫਿਰ ਕਿਹਾ ਮਾਵਾਂ ਆਪਣੇ ਪੁੱਤਰਾਂ ਨੂੰ ਗੋਦ 'ਚ ਬਿਠਾਉਂਦੀਆਂ ਨੇ, ਉਠਾਉਂਦੀਆਂ ਨਹੀਂ।
ਚਰਨਾਂ ਵਿੱਚ ਨਹੀਂ, ਪੁੱਤਰ ਜਿਹੜਾ ਹੁੰਦਾ, ਪੁੱਤਰ ਦੀ ਥਾਂ ਹੁੰਦੀ ਗੋਦ ਵਿੱਚ ਹੀ ਹੈ ਕਿ ਮਾਂ ਜੇ ਤੈਨੂੰ ਪੁੱਤਰ ਚਾਹੀਦਾ, ਅੱਜ ਤੋਂ ਮੈਂ ਹੀ ਤੇਰਾ ਪੁੱਤਰ ਆ। ਭਾਵੇਂ ਮਾਤਾ ਨੇ ਉੱਥੇ ਕਿਹਾ ਵੀ ਸੀ, ਰਾਣੀ ਨੇ ਸ਼ੰਕਾ ਆ ਗਈ ਕਿ ਪੁੱਤਰ ਹੁਣ ਤੇ ਗੋਦ ਵਿੱਚ ਹੈ। ਤੇ ਜਦੋਂ ਮਾਤਾ ਗੁਜਰ ਕੌਰ ਜੀ ਨੇ ਬੁਲਾਉਣਾ ਹੈ, ਮਾਤਾ ਗੁਜਰੀ ਕੋਲ ਤੁਸੀਂ ਭੱਜ ਕੇ ਜਾਣਾ ਹੈ। ਸਤਿਗੁਰੂ ਜੀ ਕਹਿੰਦੇ, ਮਾਂ ਦੇਖੋ ਉੱਥੇ ਵੀ ਜਾਵਾਂਗਾ, ਪਰ ਜਦੋਂ ਤੂੰ ਯਾਦ ਕਰੇਂਗੀ ਤੇਰੇ ਕੋਲ ਵੀ ਹੋਵਾਂਗਾ। ਉੱਥੇ ਫਿਰ ਰਾਣੀ ਨੇ ਕਿਹਾ ਕਿ ਦੇਖੋ ਪੁੱਤਰ ਜੀ, ਮਾਂ ਇੱਕ ਹੋਵੇ, ਪੁੱਤਰ ਦੋ ਹੋਣ, ਚਾਰ ਹੋਣ, ਉਹ ਗੋਦ 'ਚ ਸਮਾ ਜਾਂਦੇ ਨੇ, ਪਰ ਇੱਕ ਪੁੱਤਰ ਤੇ ਦੋ ਮਾਵਾਂ ਕਿਵੇਂ? ਗੁਰੂ ਸਾਹਿਬ ਜੀ ਕਹਿੰਦੇ, ਦੇਖ ਮਾਂ, ਅੱਖਾਂ ਵੀ ਤੇ ਦੋ ਨੇ ਨਾ, ਦੋ ਅੱਖਾਂ ਦੇ ਵਿੱਚ ਜੋਤ ਇੱਕੋ ਹੀ ਹੈ, ਚੰਦਰਮਾ ਇੱਕੋ ਹੀ ਹੈ ਨਾ, ਘੜੇ ਜਿੰਨੇ ਮਰਜ਼ੀ ਰੱਖ ਦਿਓ ਸਾਰਿਆਂ ਦੇ ਵਿੱਚੋਂ ਨਜ਼ਰ ਆਏਗਾ। ਤੇ ਮਾਂ ਤੂੰ ਯਕੀਨ ਕਰੇ, ਮਾਤਾ ਗੁਜਰ ਕੌਰ ਕੋਲ ਭਾਵੇਂ ਮੈਂ ਕਦੇ ਜਾਵਾਂ ਤੇ ਕਦੇ ਢੇਰ ਭਾਵੇਂ ਕਰਦੇ ਆ, ਪਰ ਤੂੰ ਜਦੋਂ ਯਾਦ ਕਰੇਗੀ ਮੈਂ ਤੇਰੇ ਕੋਲ ਹੋਵਾਂਗਾ। ਉੱਥੇ ਪੁੱਤਰ ਮੰਗਣ ਦੀ ਤਾਂਘ ਜਿਹੜੀ ਸੀ ਗੁਰੂ ਸਾਹਿਬ ਨੇ ਉਹ ਵੀ ਖਤਮ ਕੀਤੀ। ਇੱਥੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇਖੋ ਧੰਨ ਨੇ, ਕਿਉਂਕਿ ਜਦੋਂ ਤਰਬੇਣੀ ਦੇ ਵਿੱਚ ਪਤਾ ਲੱਗ ਗਿਆ ਸੀ ਕਿ ਗੁਜਰ ਕੌਰ ਜੀ ਜਿਹੜੇ ਨੇ ਉਹ ਮਾਂ ਬਣਨ ਵਾਲੇ ਨੇ, ਗੁਰੂ ਸਾਹਿਬ ਜੀ ਨੇ ਜਾਣਾ ਤੇ ਅਸਾਮ ਸੀ ਤੇ ਡੇਰਾ ਫਿਰ ਪਟਨਾ ਸਾਹਿਬ ਕੀਤਾ, ਕਿਉਂਕਿ ਨਾਲ ਨਹੀਂ ਸਨ ਲਿਜਾਣਾ ਚਾਹੁੰਦੇ। ਅਸਾਮ ਦੇ ਵਿੱਚ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਨੇ। ਉੱਥੇ ਖਬਰ ਵੀ ਮਿਲਦੀ ਹੈ ਕਿ ਤੁਹਾਡੇ ਘਰ ਬਾਲਕ ਨੇ, ਪੁੱਤਰ ਨੇ ਜਨਮ ਲਿਆ ਹੈ, ਔਰ ਦੁਨੀਆ ਦਾ ਸਭ ਤੋਂ ਅਨੋਖਾ ਬਾਪ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ। ਕਿ ਦੇਖੋ ਜਿਹੜੇ ਬੰਦੇ ਨੂੰ ਇਹ ਪਤਾ ਲੱਗੇ ਕਿ 33 ਸਾਲ ਬਾਅਦ ਘਰ ਵਿੱਚ ਬਾਲਕ ਨੇ ਜਨਮ ਲਿਆ ਹੈ, ਤੇ ਦੁਨੀਆ ਦਾ ਜਿੱਡਾ ਮਰਜ਼ੀ ਜ਼ਰੂਰੀ ਕੰਮ ਕਿਉਂ ਨਾ ਹੋਵੇ, ਛੱਡ ਕੇ ਭੱਜੇਗਾ ਕਿ ਪਹਿਲੋਂ ਜਾ ਕੇ ਦੇਖਾਂ। ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉੱਥੋਂ ਹੀ ਚਿੱਠੀ ਪੱਤਰ ਲਿਖ ਕੇ ਭੇਜ ਦਿੱਤਾ, ਨਾਂ ਗੋਬਿੰਦ ਰਾਏ ਰੱਖੋ। ਔਰ ਜਦੋਂ ਪਹਿਲੀ ਵਾਰੀ ਪੁੱਤਰ ਨੂੰ ਮਿਲਦੇ ਨੇ, 3 ਸਾਲ ਤੋਂ ਵੱਧ ਸਰੀਰ ਦੀ ਆਰਬਲਾ ਸੀ। ਆ ਕੇ ਜਦੋਂ ਮਿਲਦੇ ਨੇ ਤੇ ਰਹਿੰਦੇ ਕਿੰਨਾ ਕੁ ਸਮਾਂ ਨੇ, ਸਿਰਫ 2 ਜਾਂ 3 ਮਹੀਨੇ। ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਂਦੇ ਨੇ, ਜਿਹਦਾ ਨਾਮ ਜਿਹੜਾ ਅਨੰਦਪੁਰ ਸਾਹਿਬ ਹੈ ਪਹਿਲੋਂ ਮੱਖੋਵਾਲ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੀ ਥਾਂ ਜ਼ਮੀਨ ਮੁੱਲ ਖਰੀਦੀ ਤੇ ਆਪਣੇ ਮਾਤਾ ਧੰਨ ਮਾਤਾ ਨਾਨਕੀ ਜੀ ਦੇ ਨਾਂ 'ਤੇ ਇਹਦਾ ਨਾਂ ਰੱਖਿਆ ਨਾਨਕੀ ਚੱਕ। ਗੁਰੂ ਤੇਗ ਬਹਾਦਰ ਸਾਹਿਬ ਜੀ ਆ ਕੇ ਇੱਥੇ ਨਗਰ ਨੂੰ ਵਸਾਉਂਦੇ ਨੇ। 1665 ਵਿੱਚ ਨਗਰ ਵਸਾਇਆ ਸੀ। ਹੁਣ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੇ ਵਿੱਚ ਨੇ ਤੇ ਉੱਥੇ ਹੁਕਮ ਕਰਕੇ ਆਏ ਸਨ ਕਿ ਤੁਸੀਂ ਇੰਤਜ਼ਾਰ ਕਰਿਓ, ਜਦੋਂ ਬੁਲਾਵਾਂਗੇ ਉਦੋਂ ਆਇਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਕਰੀਬਨ 6 ਸਾਲ ਦੀ ਉਮਰ ਹੋ ਗਈ ਸੀ ਜਦੋਂ ਗੁਰੂ ਸਾਹਿਬ ਜੀ ਨੇ ਫਿਰ ਚਿੱਠੀ ਭੇਜ ਕੇ ਅਨੰਦਪੁਰ ਸਾਹਿਬ ਬੁਲਾਇਆ। ਹੁਣ ਮਾਤਾ ਗੁਜਰ ਕੌਰ ਜੀ ਗਏ, ਪਰਿਵਾਰ ਗਿਆ। ਜਿੱਥੇ ਸੰਗਤਾਂ ਨੇ ਮੱਥਾ ਟੇਕਿਆ, ਮਾਤਾ ਗੁਜਰ ਕੌਰ ਨੇ ਮੱਥਾ ਟੇਕਿਆ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮੱਥਾ ਟੇਕਣ ਲੱਗੇ ਔਰ ਬੜੇ ਖੁਸ਼, ਬੜੇ ਆਨੰਦ ਵਿੱਚ ਨੇ। ਇੱਥੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੋਕ ਦਿੱਤਾ ਕਿ ਲਾਲ ਜੀ ਰੁਕੋ, ਕਿ ਇਹ ਖੁਸ਼ੀ ਕਾਹਦੀ ਹੈ? ਪਿਤਾ ਨੂੰ ਮਿਲਣ ਦੀ ਖੁਸ਼ੀ ਹੈ। ਇਹ ਮੱਥਾ ਜਿਹੜਾ ਟੇਕਣ ਲੱਗੇ ਕਿਹਨੂੰ? ਪਿਤਾ ਨੂੰ ਟੇਕਣ ਲੱਗੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਦੇਖੋ ਉਦੋਂ 6 ਸਾਲ ਦੇ ਜੇ ਸਰੀਰ ਦੀ ਉਮਰ ਵੇਖੀਏ ਤਾਂ ਕੁਝ ਵੀ ਨਹੀਂ, ਪਰ ਜਿਹੜਾ ਜਵਾਬ ਦਿੱਤਾ ਸੀ, ਕਿਉਂਕਿ ਪਿਤਾ ਤੇ ਪਿਤਾ ਹੀ ਹੈ ਨਾ। ਕੱਲੇ ਪਿਤਾ ਨਹੀਂ, ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਕਿਉਂਕਿ ਗੁਰੂ ਮਿਲਿਆ ਤੇ ਅੰਦਰ ਆਨੰਦ ਆਇਆ। ਇਹ ਅੰਦਰ ਦੀਆਂ ਖੁਸ਼ੀਆਂ ਨੇ। ਪਿਤਾ ਤੇ ਤੁਸੀਂ ਹੋ ਹੀ। ਇੱਥੇ ਇਕੱਲੇ ਪਿਤਾ ਨੂੰ ਨਹੀਂ, ਗੁਰੂ ਪਿਤਾ ਨੂੰ ਮੱਥਾ ਟੇਕਣ ਲੱਗਿਆ, ਅੰਦਰ ਆਨੰਦ ਆ ਗਿਆ ਹੈ। ਔਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿੰਦੇ ਫਿਰ ਕਿਰਪਾ ਕੀਤੀ ਵੀ ਜੇ ਗੁਰੂ ਨੂੰ ਮਿਲ ਕੇ ਆਨੰਦ ਆਇਆ ਹੈ ਤੇ ਅੱਜ ਤੋਂ ਇਸ ਜਿਹੜੀ ਥਾਂ 'ਤੇ ਆਨੰਦ ਆਇਆ, ਫਿਰ ਇਹਦਾ ਨਾਂ ਵੀ ਨਾਨਕੀ
ਚੱਕ ਤੋਂ ਅਨੰਦਪੁਰ ਸਾਹਿਬ ਰੱਖ ਦਿੱਤਾ ਜਾਏ। ਇਹ ਅਨੰਦਪੁਰ ਸਾਹਿਬ ਨਾਂ ਵੀ ਉਦੋਂ ਰੱਖਿਆ। ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਇੱਥੇ ਕਰਦੇ ਰਹੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਰੀਰ ਦੀ ਅਰਬਲਾ ਤਕਰੀਬਨ ਪੌਣੇ 9 ਸਾਲ ਦੀ ਸੀ ਕਿ ਉਦੋਂ ਕਸ਼ਮੀਰ ਦੇ ਪੰਡਤ ਆਏ, ਆ ਕੇ ਸਤਿਗੁਰ ਦੇ ਚਰਨਾਂ ਵਿੱਚ ਜਦੋਂ ਰੋਂਦੇ ਹੋਏ ਬੇਨਤੀ ਕਰਦੇ ਨੇ। ਔਰ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਦਰਬਾਰ ਦੇ ਵਿੱਚ ਬੈਠੇ ਸਨ, ਭਾਵੇਂ ਢਾਡੀ ਸਿੰਘ ਕਵਿਸ਼ਰੀ ਸਿੰਘ ਜਿਹੜੇ ਨੇ ਉਹ ਇਤਿਹਾਸ ਸੁਣਾਉਣ ਲੱਗਿਆ, ਕਹਿੰਦੇ ਨੇ ਗੁਰੂ ਸਾਹਿਬ ਜੀ ਬਾਹਰ ਖੇਡ ਰਹੇ ਸਨ, ਖੇਡਦੇ ਹੋਏ ਭੱਜ ਕੇ ਆਏ। ਸਰੀਰ ਦੀ ਉਮਰ ਇੰਨੀ ਕੋਈ ਸੀ, ਪੌਣੇ 9 ਸਾਲ ਦੀ। ਪਰ ਹਕੀਕਤ ਹੈ ਕਿ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਬਾਰ ਦੇ ਵਿੱਚ ਬੈਠੇ ਸਨ। ਇਹਨਾਂ ਕਸ਼ਮੀਰੀ ਪੰਡਤਾਂ ਦੇ ਸਾਰੀ ਗੱਲ ਸੁਣਦੇ ਨੇ ਕਿ ਜਿਹੜੇ ਆ ਕੇ ਦੁਹਾਈ ਦਿੰਦੇ ਨੇ, ਬਾਹ ਆ ਸਾਡੀ ਪਕੜੀ ਹੈ, ਹਰ ਗੋਬਿੰਦ ਕੇ ਨੰਦ। ਔਰ ਇੱਥੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਪੁੱਛਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ, ਪਿਤਾ ਜੀ ਇਹਨਾਂ ਦਾ ਰੋਣ ਦਾ ਕਾਰਨ ਕੀ ਹੈ? ਤੇ ਕਾਰਨ ਇੱਕੋ ਸੀ ਕਿ ਇਹਨਾਂ ਦਾ ਧਰਮ ਖਤਰੇ 'ਚ ਹੈ। ਫਿਰ ਪਿਤਾ ਜੀ ਬਚ ਸਕਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉੱਥੇ ਆਪ ਸ਼ਹੀਦੀ ਦੇਣ ਵਾਸਤੇ ਤਿਆਰ ਸਨ, ਪਰ ਇੱਕ ਪਰਖ ਵੀ ਸੀ ਕਿ ਗੁਰਤਾ ਗੱਦੀ ਜਿਨ੍ਹਾਂ ਦੇ ਸਿਰ 'ਤੇ ਰੱਖ ਕੇ ਜਾਣੀ ਹੈ, ਇਹ ਬੜਾ ਵੱਡੀ ਇੱਕ ਜ਼ਿੰਮੇਵਾਰੀ ਹੈ ਕਿ ਕਿੰਨੀ ਕੁ ਨਿਭਾਉਣਗੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵੇਖ ਕੇ ਕਹਿੰਦੇ ਨੇ, ਇਹਨਾਂ ਦਾ ਧਰਮ ਬਚ ਸਕਦਾ ਹੈ ਜੇ ਕੋਈ ਮਹਾਂਪੁਰਸ਼ ਆਪਣੇ ਸੀਸ ਦਾ ਬਲਿਦਾਨ ਦੇਵੇ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਦੋਂ ਕਿਹਾ ਸੀ ਕਿ ਸਤਿਗੁਰੂ ਜੀ ਫਿਰ ਇਹਨਾਂ ਦੀ ਬਾਹ ਫੜੋ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਵੱਡੇ ਵਡੇਰੇ ਕਹਿ ਕੇ ਗਏ ਨੇ ਕਿ ਜਾ ਕੋ ਮੁਸ਼ਕਲ ਅਤ ਬਣੈ, ਢੋਏ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਜੇ ਰਾਜਾ ਹੀ ਦੁਸ਼ਮਣ ਹੋ ਗਿਆ, ਸਮੇਂ ਦਾ ਬਾਦਸ਼ਾਹ ਦੁਸ਼ਮਣ ਇਹਨਾਂ ਦਾ ਹੋ ਗਿਆ, ਇਹਨਾਂ ਨੂੰ ਟੋਈ ਆਸਰਾ ਹੋਰ ਕਿਤੋਂ ਮਿਲਿਆ ਨਹੀਂ, ਤੇ ਫਿਰ ਸਤਿਗੁਰੂ ਜੀ ਇਸ ਘਰ ਵਿੱਚੋਂ ਤਾਂ ਮਿਲਣਾ ਹੀ ਚਾਹੀਦਾ ਹੈ ਕਿ ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੈ ਸਭ ਸਿਰਾਓ ਚਿਤ ਆਵੈ ਉਸ ਪਾਰ ਬ੍ਰਹਮ। ਤਾਂ ਲੱਗੇ ਨਾ ਤੱਤੇ ਵਾਓ, ਸਤਿਗੁਰੂ ਜੀ ਤੁਸੀਂ ਤੇ ਆਪ ਪਾਰ ਬ੍ਰਹਮ ਪਰਮੇਸ਼ਰ ਹੋ। ਫਿਰ ਜਾਓ, ਜਾ ਕੇ ਸ਼ਹੀਦੀ ਦਿਓ, ਸੀਸ ਦਿਓ, ਇਹਨਾਂ ਦਾ ਧਰਮ ਬਚੇ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੋਂ ਗਏ, ਦਿੱਲੀ ਜਾ ਕੇ ਜਿਵੇਂ ਸ਼ਹਾਦਤ ਦਿੱਤੀ। ਇਹ ਪ੍ਰਸੰਗ 18 ਤਰੀਕ ਨੂੰ ਸਤਿਗੁਰੂ ਜੀ ਦੀ ਸ਼ਹਾਦਤ ਹੈ। ਇਹ ਆਪਾਂ ਉਦੋਂ ਵਿਚਾਰਾਂਗੇ। ਉੱਥੇ ਜਾ ਕੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸ਼ਹਾਦਤ ਦੇਣ ਤੋਂ ਪਹਿਲਾਂ। ਇਹ ਇਤਿਹਾਸ ਕਹਿੰਦਾ ਕਿ ਸਤਿਗੁਰੂ ਜੀ ਨੇ ਉੱਥੇ ਕਿਰਪਾ ਕੀਤੀ ਸੀ ਕਿ ਬਾਬਾ ਗੁਰਦਿੱਤਾ ਜੀ, ਇਹਨਾਂ ਨੂੰ ਸਤਿਗੁਰੂ ਜੀ ਨੇ ਉੱਥੇ ਗੁਰਿਆਈ ਦੇ 5 ਪੈਸੇ ਤੇ ਨਾਰੀਅਲ ਦਿੱਤਾ ਸੀ। ਬਾਬਾ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਸਨ, ਪਰ ਬਾਬਾ ਗੁਰਦਿੱਤਾ ਜੀ ਦਿੱਲੀ ਦੇ ਬਾਰ-ਬਾਰ ਸਨ, ਗੁਰੂ ਸਾਹਿਬ ਦੇ ਨਾਲ ਗਏ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਫੁਰਮਾਨ ਆ ਗਿਆ ਤੇ ਬਾਬਾ ਗੁਰਦਿੱਤਾ ਜੀ ਨੇ ਉੱਥੇ ਦਿੱਲੀ ਦੇ ਬਾਰ-ਬਾਰ ਆਪਣਾ ਸਰੀਰ ਤਿਆਗ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲੋਂ ਇਹ ਜਿਹੜਾ ਸਰੀਰ ਉਹਨਾਂ ਨੇ ਉੱਥੇ ਤਿਆਗਿਆ। ਪਰ ਹੁਣ ਜਦੋਂ ਗੁਰਿਆਈ ਦੇਣੀ ਹੈ, ਦੇਖੋ ਗੁਰਿਆਈ ਦਾ ਤਿਲਕ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਭਾਈ ਬਾਬਾ ਰਾਮ ਕੁਏਰ ਜੀ ਇਹਨਾਂ ਨੇ ਦੇਣਾ ਹੈ। ਔਰ ਜਿਨ੍ਹਾਂ ਨੂੰ ਤਿਲਕ ਦੇਣਾ ਉਹਨਾਂ ਦੀ ਉਮਰ ਪੌਣੇ 9 ਸਾਲ ਦੀ, ਜਿੰਨੇ ਤਿਲਕ ਲਾਉਣਾ ਹੈ ਉਹਨਾਂ ਦੀ ਉਮਰ ਤਕਰੀਬਨ 4 ਸਾਲ ਦੀ, 4 ਸਾਲ ਤੋਂ ਕੁਝ ਘੱਟ ਹੈ। ਭਾਈ ਰਾਮ ਕੁਏਰ ਜੀ, ਕਿਉਂਕਿ ਧੰਨ ਗੁਰੂ 6ਵੇਂ ਪਾਤਸ਼ਾਹ ਜੀ ਨੂੰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੇ ਦਾ ਤਿਲਕ ਦਿੱਤਾ ਨਾ, ਜਿੱਥੇ ਦਸਤਾਰ ਤੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਘਰੋਂ ਦਿੰਦੇ ਸਨ, ਉਦੋਂ ਦਸਤਾਰ ਦੇ ਨਾਲ ਤਲਵਾਰ ਵੀ ਦਿੱਤੀ, ਘੋੜਾ ਵੀ ਦਿੱਤਾ ਸੀ। ਇਹ ਨਜ਼ਰਾਨਾ ਸੀ। ਇਸ ਘਰ ਦੀ ਰੀਤ ਸੀ ਉਦੋਂ ਤੋਂ ਲੈ ਕੇ ਜਦੋਂ ਗੁਰਤਾ ਗੱਦੀ ਦਾ ਤਿਲਕ ਦੇਣਾ।
ਇੱਕ ਦਸਤਾਰ, ਇੱਕ ਕਿਰਪਾਨ ਤੇ ਇੱਕ ਘੋੜਾ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਆਉਂਦਾ ਸੀ। ਭਾਈ ਰਾਮ ਕੁਇਰ ਜੀ ਲੈ ਕੇ ਆਏ। ਭਾਈ ਰਾਮ ਕੁਇਰ ਦੇ ਨਾਲ ਸ਼ੁਰੂ ਤੋਂ ਲੈ ਕੇ 30-40 ਸਿੱਖ ਜਿਹੜੇ ਨੇ ਹਰ ਵੇਲੇ ਨਾਲ ਹੀ ਰਹਿੰਦੇ ਸਨ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਸੀ। ਹੁਣ ਜਦੋਂ ਗੁਰਤਾ ਗੱਦੀ ਦਾ ਤਿਲਕ ਦੇਣਾ ਹੈ, ਭਾਈ ਰਾਮ ਕੁਇਰ ਜੀ ਵਾਰ-ਵਾਰ ਹੱਥ ਧੋਣ, ਪਾਣੀ ਨਾਲ ਧੋ ਕੇ ਪਰਨੇ ਨਾਲ ਸਾਫ਼ ਕਰ ਲੈਣਾ, ਥੋੜ੍ਹੀ ਦੇਰ ਬਾਅਦ ਫਿਰ ਧੋਣ, ਫਿਰ ਸਾਫ਼ ਕਰ ਲੈਣਾ। ਤੇ ਜਦੋਂ ਸਿੱਖਾਂ ਨੇ ਪੁੱਛਿਆ ਕਿ ਬਾਬਾ ਜੀ ਇਹ ਕੀ, ਕਹਿੰਦੇ ਜਿਹੜੇ ਮੱਥੇ ਤੇ ਤਿਲਕ ਵਾਲਾ ਇਹ ਹੱਥ ਲੱਗਣਾ ਹੈ ਨਾ, ਉਹ ਆਪ ਰੱਬ ਪਰਮੇਸ਼ਰ ਹੈ, ਤੇ ਮੈਂ ਚਾਹੁੰਦਾ ਕਿ ਕਿਸੇ ਤਰ੍ਹਾਂ ਦੀ ਉਕਾਈ ਨਾ ਹੋਵੇ। ਜਿਹਨੂੰ ਹੱਥ ਲਾਉਣਾ ਜਿਹੜੇ ਮੱਥੇ ਨੂੰ ਬੜਾ ਹੀ ਪਵਿੱਤਰ ਹੈ। ਔਰ ਭਾਈ ਰਾਮ ਕੁਇਰ ਜੀ ਨੇ ਦੇਖੋ ਗੁਰਤਾ ਗੱਦੀ ਦਾ ਤਿਲਕ ਲਾਇਆ। ਜਿੱਥੇ ਭਾਈ ਰਾਮ ਕੁਇਰ ਜੀ ਨੇ ਭੇਟਾ ਦਿੱਤੀ ਦਸਤਾਰ, ਕਿਰਪਾਨ, ਘੋੜਾ, ਇੱਥੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਬੜੀ ਵੱਡੀ ਭੇਟਾ ਹੋਰ ਮਿਲੀ, ਜਿਹੜੀ ਦੁਨੀਆ ਵਿੱਚ ਅੱਜ ਤੱਕ ਕਦੇ ਕਿਸੇ ਨੂੰ ਨਹੀਂ ਮਿਲੀ। ਉਹ ਭੇਟਾ ਸੀ ਗੁਰੂ ਪਿਤਾ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ। ਇਹ ਗੁਰਤਾ ਗੱਦੀ 'ਤੇ ਬੈਠੇ ਨੇ ਅੱਜ ਦੇ ਦਿਨ, ਔਰ ਇਸ ਦਿਨ ਦੀ ਵਧਾਈ ਦਿੱਤੀ ਜਾਂਦੀ ਹੈ। ਪਰ ਸਰਬੰਸ ਦਾਨੀ ਜਿਨ੍ਹਾਂ ਨੂੰ ਕਿਹਾ ਜਾਂਦਾ, ਸਭ ਤੋਂ ਪਹਿਲਾਂ ਇਹ ਵੱਡਾ ਦਾਨ ਕਿਸੇ ਨੇ ਕੀਤਾ, ਤੇ ਗੁਰੂ ਸਾਹਿਬ ਜੀ ਨੇ ਭੇਟਾ ਵਜੋਂ ਮਿਲਿਆ ਸੀ ਗੁਰੂ ਪਿਤਾ ਦਾ ਸੀਸ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਸੀਸ ਦਾ ਆਪਣੇ ਹੱਥੀਂ ਸੰਸਕਾਰ ਕੀਤਾ। ਔਰ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਜਦੋਂ ਤੋਂ ਆਪਾਂ ਪੜ੍ਹਦੇ ਹਾਂ ਨਾ, ਦੁਨੀਆ ਦੇ ਵਿੱਚ ਕੋਈ ਐਸਾ ਨਹੀਂ ਕਿ ਜਦੋਂ ਦੇਖੋ ਕੋਈ ਚੜ੍ਹਾਈ ਕਰ ਜੇ ਪੁਰਾਣੀ, ਤੇ ਫਿਰ ਘਰ ਦੇ ਵੀ ਕਹਿੰਦੇ ਨੇ ਹਜੇ ਰੁਕ ਜਾਓ, ਸਾਕ ਸੰਬੰਧੀ ਵੀ ਹੁਣ ਕਹਿੰਦੇ ਰੁਕ ਜਾਓ, ਹਜੇ ਪਰਿਵਾਰ ਨੇ ਆਉਣਾ ਹੈ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਹੋਈ। ਸਾਹਿਬਜ਼ਾਦਿਆਂ ਦੇ ਸਰੀਰ ਜਿਹੜੇ ਨੇ ਉਹਨਾਂ ਦਾ ਸੰਸਕਾਰ ਕਰਨ ਵਾਲੇ ਕਿਸੇ ਨੇ ਕਿਹਾ ਕਿ ਜੇ ਇੰਤਜ਼ਾਰ ਕਰੋ, ਗੁਰੂ ਪਿਤਾ ਨੇ ਆਉਣਾ ਹੈ। ਮਾਤਾ ਗੁਜਰ ਕੌਰ ਦਾ ਸੰਸਕਾਰ ਹੋਇਆ, ਕਿਸੇ ਨੇ ਕਿਹਾ ਇੰਤਜ਼ਾਰ ਕਰੋ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਐਡਾ ਵੱਡਾ ਪਰਿਵਾਰ, ਔਰ ਪਰਿਵਾਰ ਵਿੱਚੋਂ ਸਿਰਫ 1.5 ਸਰੀਰ ਦਾ ਸੰਸਕਾਰ ਆਪਣੇ ਹੱਥੀਂ ਕੀਤਾ। 1.5 ਹੀ ਕਹਾਂਗੇ ਨਾ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਕੱਲਾ ਸੀਸ ਸੰਸਕਾਰ ਕਰਦੇ ਨੇ ਆਪਣੇ ਮਹਿਲ, ਤੇ ਸਾਡੇ ਮਾਤਾ ਜੀਤੋ ਜੀ ਦਾ ਆਪਣੇ ਹੱਥੀਂ ਉਸ ਸਰੀਰ ਦਾ ਸੰਸਕਾਰ ਕਰਦੇ ਨੇ। ਬਾਕੀ ਸਾਰੇ ਪਰਿਵਾਰ ਦਾ ਸੰਸਕਾਰ ਸਿੱਖਾਂ ਨੇ ਕੀਤਾ। ਪਰ ਇਸ ਗੁਰਤਾ ਗੱਦੀ 'ਤੇ ਬੈਠਣਾ, ਇਸ ਵਜਨ ਨੂੰ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਹਿ ਕੇ ਗਏ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਗੁਰਤਾ ਗੱਦੀ ਦਾ ਭਾਰ ਵੱਡਾ ਹੈ। ਔਰ ਨਾਲ ਹੀ ਬਚਨ ਮਾਤਾ ਗੁਜਰ ਕੌਰ ਜੀ ਨੂੰ ਕੀਤੇ ਸਨ ਕਿ ਸਾਹਿਬਜ਼ਾਦੇ ਨੇ ਗੁਰਤਾ ਗੱਦੀ 'ਤੇ ਬੈਠਣਾ, ਇਹ ਤੇ ਸੂਰਮੇ ਯੋਧੇ ਹੈ ਹੀ, ਪਰ ਤੁਸੀਂ ਵੀ ਬੜੀਆਂ ਵੱਡੀਆਂ ਸ਼ਹਾਦਤਾਂ ਵੇਖਣੀਆਂ ਨੇ, ਸੂਰਬੀਰ ਯੋਧੇ, ਤੇ ਸੂਰਮਤਾ ਤੁਹਾਡੇ ਵਿੱਚ ਵੀ ਘੱਟ ਨਹੀਂ ਹੋਣੀ। ਭਾਵੇਂ ਮਾਤਾ ਗੁਜਰ ਕੌਰ ਜੀ ਨੇ ਕਿਹਾ ਸੀ ਕਿ ਸਤਿਗੁਰੂ ਜੀ ਜੇ ਐਵੇਂ ਦਾ ਪਹਿਲੋਂ ਪਰਚਾ ਕਿਤੇ ਪਾਇਆ ਹੁੰਦਾ ਤੇ ਸੌਖਾ ਮੈਂ ਪਾਸ ਕਰ ਲੈਂਦੀ, ਪਰ ਅੱਜ ਤੱਕ ਐਵੇਂ ਦਾ ਪਰਚਾ ਕਦੇ ਪਿਆ ਹੀ ਨਹੀਂ, ਕਿਉਂਕਿ ਤੁਸੀਂ ਮੇਰੇ ਨਾਲ ਸੋ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਕੇ ਗਏ ਸਨ ਕਿ ਗੁਜਰ ਕੌਰ ਦੇਖ ਇਹ ਪਰਚਾ ਵੀ ਅਸੀਂ ਪਾਵਾਂਗੇ ਵੀ, ਤੁਸੀਂ ਪਾਸ ਵੀ ਹੋਣਾ ਹੈ। ਜਦੋਂ ਇਕੱਲਾ ਸੀਸ ਇੱਥੇ ਆਵੇਗਾ ਨਾ ਇਸ ਪਰਚੇ ਵਿੱਚ, ਤੁਸੀਂ ਪਹਿਲੀ ਵਾਰੀ ਉਦੋਂ ਪਾਸ ਹੋਣਾ ਹੈ। ਇਹ ਅੱਜ ਦਾ ਦਿਨ ਸੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲੀ। ਔਰ ਇਸ ਦਿਨ ਦੀ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਨੂੰ ਵਧਾਈਆਂ। ਜਿਵੇਂ ਗੁਰੂ ਸਾਹਿਬ ਜੀ ਨੇ ਸ਼ਹਾਦਤ ਦਿੱਤੀ, ਉਹ ਸ਼ਹਾਦਤ ਵਾਲੇ ਦਿਨ ਇਸ ਇਤਿਹਾਸ ਨੂੰ ਥੋੜ੍ਹਾ ਜਿਹਾ ਫਿਰ ਵਿਚਾਰਾਂਗੇ। ਇਹ ਸ਼ਬਦ ਦੇ ਅੱਗੇ ਅੱਖਰੀ ਅਰਥ ਕਰਕੇ 1-2 ਮਿੰਟ ਦੇ ਵਿੱਚ ਫਿਰ ਸਮਾਪਤੀ ਹੈ। ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਉੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਆਨੰਦ ਮੰਗਲ ਬਖਸ਼ਿਆ। ਅਨੰਦਪੁਰ ਸਾਹਿਬ ਦੀ ਉਹ ਧਰਤੀ ਕਿ ਜਿੱਥੇ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਤੇ ਹੈ, ਪਿਤਾ ਤੇ ਪਿਤਾ ਹੀ ਹੈ, ਪਰ ਗੁਰੂ ਵੀ ਮਿਲਿਆ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਸ ਅਨੰਦਪੁਰ ਸਾਹਿਬ ਤੋਂ ਸਾਨੂੰ ਗੁਰੂ ਤੇ ਮਿਲਦਾ ਹੀ ਹੈ।
ਸਾਡਾ ਬਾਪੂ ਸਾਡਾ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਵੀ ਉੱਥੋਂ ਮਿਲਿਆ। ਜਦੋਂ ਖੰਡੇ ਬਾਟੇ ਦੀ ਪੌੜ ਲਈਏ ਉਦੋਂ ਕਿਹਾ ਜਾਂਦਾ ਹੈ ਅੱਜ ਤੋਂ ਤੁਹਾਡਾ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ, ਉੱਥੇ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਨੂੰ ਮਿਲਣਗੇ, ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਵੀ ਮਿਲੇਗਾ। ਉੱਥੇ ਆਨੰਦ ਹੀ ਆਨੰਦ ਨੇ, ਮੰਗਲ ਹੀ ਮੰਗਲ ਹੈ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਾਉ ਦੀਆਂ ਪੰਕਤੀਆਂ 'ਚ ਕਹਿੰਦੇ ਨੇ, ਭਾਈ ਜੇ ਇਹ ਆਨੰਦ ਮੰਗਲ ਤੁਸੀਂ ਚਾਹੁੰਦੇ ਹੋ ਨਾ, ਸੰਤੋ ਰਾਮ ਨਾਮ ਨਿਸਤਰੀਐ, ਹੇ ਸੰਤ ਜਨੋ ਗੁਰੂ ਕੇ ਸਿੱਖੋ, ਫਿਰ ਉਸ ਰਮੇ ਹੋਏ ਰਾਮ ਦਾ ਨਾਮ ਜਪੋ, ਪਾਰ ਉਤਾਰਾ ਹੋਏਗਾ। ਕਿਵੇਂ ਜਪੀਏ, ਕਿੰਨਾ ਕੁ ਜਪੀਏ? ਕਹਿੰਦੇ ਊਠਤ ਬੈਠਤ ਹਰ ਹਰ ਧਿਆਈਐ, ਹਰ ਵੇਲੇ ਜਪੋ ਉੱਠਦਿਆਂ ਬੈਠਦਿਆਂ। ਕਿਵੇਂ ਜਪਣਾ? ਕਹਿੰਦੇ ਅਨ ਦਿਨ ਸੋ ਕਿਰਤ ਕਰੀਐ, ਹਰ ਵੇਲੇ ਆਪਣੀ ਕਿਰਤ ਨੂੰ ਸਾਫ਼ ਕਰੋ, ਚੰਗੀ ਕਰੋ। ਇਹ ਜਪਣਾ, ਇਹ ਉਹਨੂੰ ਧਿਆਉਣਾ ਹੈ। ਰਹਾਓ ਸੰਤ ਕਾ ਮਾਰਗ ਧਰਮ ਕੇ ਪੌੜੇ, ਕੋਵੜ ਭਾਗੇ ਪਾਏ। ਪਰ ਇਹ ਧਰਮ ਦੇ ਪੌੜੇ, ਸੰਤ ਦਾ ਰਸਤਾ ਧਰਮ ਦੀ ਪੌੜੀ ਹੈ, ਤੇ ਇਸ ਪੌੜੀ ਨੂੰ ਕੋਈ ਵੱਡੇ ਭਾਗਾਂ ਵਾਲਾ ਪ੍ਰਾਪਤ ਕਰਦਾ ਹੈ। ਤੇ ਜਿਹੜਾ ਪ੍ਰਾਪਤ ਕਰ ਲੈ, ਕਹਿੰਦੇ ਕੋਟ ਜਨਮ ਕੇ ਕਿਲ ਵਿਖਨਾਸੇ, ਹਰ ਚਰਣੀ ਚਿਤ ਲਾਏ। ਉਹਨਾਂ ਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਉਤਰ ਜਾਂਦੇ ਨੇ, ਕਿਉਂਕਿ ਉਹਨਾਂ ਦੇ ਚਿੱਤ ਹਰੀ ਪਰਮਾਤਮਾ ਨਾਲ ਲੱਗ ਜਾਂਦਾ ਹੈ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੇ ਕਲ ਰਾਖੇ। ਇਸ ਲਈ ਭਾਈ ਉਸ ਆਪਣੇ ਗੁਰੂ ਦੀ, ਰੱਬ ਦੀ, ਪਰਮੇਸ਼ਰ ਦੀ ਸਦਾ ਉਸਤਤ ਕਰੋ, ਜਿਨਨੇ ਪੂਰੀ ਕਾਇਨਾਤ ਦੇ ਵਿੱਚ ਆਪਣੀ ਕਲ, ਆਪਣੀ ਸ਼ਕਤੀ, ਆਪਣੀ ਤਾਕਤ ਰੱਖੀ ਹੋਈ ਹੈ। ਜੇ ਜੰਤ ਸਭ ਭਏ ਪਵਿੱਤਰਾ, ਸਤਿਗੁਰੂ ਕੇ ਸੱਚ ਸਾਖੀ। ਜਿਨ੍ਹਾਂ ਨੇ ਗੁਰੂ ਦੇ ਸੱਚੇ ਸਾਖੀ, ਗੁਰੂ ਦੇ ਗਵਾਹੀ ਵਿੱਚ ਰਹਿ ਕੇ ਜਪਿਆ, ਉਹ ਇਕੱਲੇ ਮਨੁੱਖ ਨਹੀਂ, ਜੀ ਜੰਤ ਸਭ ਪਵਿੱਤਰ ਹੋ ਗਏ। ਬਿਗਨ ਬਿਨਾਸਣ ਸਭ ਦੁੱਖ ਨਾਸਣ, ਸਤਿਗੁਰੂ ਨਾਮ ਦ੍ਰਿੜਾਇਆ। ਜਦੋਂ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ, ਸਾਰੇ ਬਿਗਨ ਦੂਰ ਹੋ ਗਏ, ਸਾਰੇ ਦੁੱਖ ਜਿਹੜੇ ਨੇ ਛੱਡ ਕੇ ਭੱਜ ਗਏ। ਅਖੀਰ ਤੇ ਸਤਿਗੁਰੂ ਕਹਿੰਦੇ ਨੇ, ਖੋਏ ਪਾਪ, ਸਾਰੇ ਪਾਪ ਵੀ ਗਵਾਚ ਗਏ, ਖੋਏ ਗਏ। ਪਏ ਸਭ ਪਾਵਨ, ਤੇ ਜਿਨ੍ਹਾਂ ਨੇ ਜਪਿਆ ਸਾਰੇ ਪਵਿੱਤਰ ਹੋ ਗਏ। ਨਾਨਕ ਸੁਖ ਕਰ ਆਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਖੀਰ ਤੇ ਫਿਰ ਕਹਿੰਦੇ ਨੇ ਕਿ ਹੇ ਨਾਨਕ, ਇਹ ਮਨ ਸੁੱਖਾਂ ਦੇ ਘਰ, ਆਤਮਿਕ ਜੀਵਨ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਆ ਕੇ ਟਿਕ ਗਿਆ। ਖੋਏ ਪਾਪ ਪਏ ਸਭ ਪਾਵਨ, ਜਨ ਨਾਨਕ ਸੁਖ ਕਰ ਆਏ। ਸੁੱਖਾਂ ਦੇ ਘਰ ਵਿੱਚ ਆ ਕੇ ਟਿਕ ਗਿਆ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾ ਪਾਇਆ, ਸਹਿਜ ਸਿਤੇ ਮਨ ਵਜੀਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਸ਼ਬਦੋ ਤਾ ਗਾਵੋ ਹਰਿ ਕੇਰਾ ਮਨ ਜਿਨੀ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਰ ਰਹੋ ਤੂੰ ਮਨ ਮੇਰੇ। ਦੁਖ ਸਭ ਅੰਗੀਕਾਰੋ ਕਰ ਤੇਰਾ ਕਾਰਜ,
ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ। ਸਦਾ ਸਿਫਤ ਸਲਾਹਾ ਤੇਰੇ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਵਾਜੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਤੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰਿ ਕੇ। ਕਹਿ ਨਾਨਕ ਤਹਸ ਕੋਆ ਤਿਤ ਘਰ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰੂ ਰਹਿਆ ਪਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰੂ ਰਹਿਆ ਪਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ